ਸਤਿ ਸ਼੍ਰੀ ਅਕਾਲ। ਜਗਬਾਣੀ ਤੇ ਦਰਸ਼ਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਵਜੋਤ ਕੌਰ। ਅੱਜ ਅਸੀਂ ਜਿਸ ਅਸਥਾਨ ਦੇ ਦਰਸ਼ਨ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਉਸ ਦੀ ਇੱਕ ਵਿਲੱਖਣ ਪਹਿਚਾਣ ਬਣਾਈ ਗਈ ਹੈ। ਜਲੰਧਰ ਦੇ ਵਿੱਚ ਇਹ ਅਸਥਾਨ ਹੈ ਜਿਹੜਾ ਸੁਸ਼ੋਭਿਤ ਹੈ। ਇਸ ਦੇ ਦਰਸ਼ਨ ਵੀ ਤੁਹਾਨੂੰ ਕਰਵਾਵਾਂਗੇ ਤੇ ਇਸ ਦੇ ਨਾਲ ਹੀ ਜਿਨ੍ਹਾਂ ਵੱਲੋਂ ਇਸ ਜਿਹੜੇ ਗੁਰਦੁਆਰਾ ਸਾਹਿਬ ਨੂੰ ਡਿਜ਼ਾਈਨ ਕੀਤਾ ਗਿਆ ਉਹਨਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਇਤਿਹਾਸ ਹੀ ਇਸ ਤਰ੍ਹਾਂ ਦਾ ਹੈ ਕਿ ਚਾਹੇ ਉਹ ਗੁਰੂਆਂ ਪੀਰਾਂ ਦੇ ਸਮੇਂ ਤੋਂ ਦੇਖਿਆ ਜਾਵੇ ਤਾਂ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਸੀ ਤਾਂ ਉਸ ਸਮੇਂ ਦਾ ਜਿਹੜਾ ਆਰਕੀਟੈਕਚਰ ਦੀ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਉਹ ਅੱਜ ਤੱਕ ਮਕਬੂਲ ਹੋਇਆ। ਚਾਹੇ ਦੁਨੀਆ ਭਰ ਦੇ ਲੋਕ ਹੋਣ, ਫੋਰਨ ਦੇ ਵਿੱਚੋਂ ਵੀ ਲੋਕ ਹਰਿਮੰਦਰ ਸਾਹਿਬ ਆ ਕੇ ਉੱਥੋਂ ਦੇ ਆਰਕੀਟੈਕਚਰ ਨੂੰ ਦੇਖਦੇ ਨੇ, ਉੱਥੋਂ ਦੇ ਆਰਕੀਟੈਕਚਰ ਨੂੰ ਨਿਹਾਰਦੇ ਨੇ। ਤੇ ਉਸ ਤੋਂ ਬਾਅਦ ਜੇਕਰ ਵੈਸੇ ਇਮਾਰਤਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੀ ਜੇ ਆਪਾਂ ਗੱਲ ਕਰੀਏ ਤਾਂ ਜਦੋਂ ਉਸ ਨੂੰ ਭਾਈ ਰਾਮ ਸਿੰਘ ਵੱਲੋਂ ਉਹਨਾਂ ਦਾ ਜਿਹੜਾ ਡਿਜ਼ਾਈਨ ਤਿਆਰ ਕੀਤਾ ਗਿਆ ਸੀ ਤਾਂ ਖਾਲਸਾ ਕਾਲਜ ਦੀ ਇਮਾਰਤ ਵੀ ਦੁਨੀਆ ਭਰ ਦੇ ਵਿੱਚ ਮਕਬੂਲ ਹੋਈ। ਤਾਂ ਪੰਜਾਬ ਦੇ ਇਸ ਜਿਹੜੀ ਪੁਰਾਤਨ ਜਿਹੜਾ ਇਤਿਹਾਸ ਹੈ ਉਸ ਦੇ ਵਿੱਚ ਇੱਕ ਮਾਡਰਨ ਟੱਚ ਦੇਣ ਦੇ ਲਈ ਹੁਣ ਜਿਹੜਾ ਉਸ ਦੇ ਵਿੱਚ ਸ਼ੁਰੂ ਹੋਇਆ ਤੇ ਮਾਡਰਨ ਟੱਚ ਦੇਣ ਦੇ ਨਾਲ ਆਧੁਨਿਕਰਨ ਇਹਨਾਂ ਇਮਾਰਤਾਂ ਦਾ ਕੀਤਾ ਗਿਆ, ਉਸ ਦੇ ਬਾਬਤ ਹੀ ਤੁਹਾਡੇ ਨਾਲ ਅੱਜ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਤੇ ਇਮਾਰਤ ਜਿਹੜੀ ਬਣਵਾਈ ਗਈ ਹੈ ਉਸ ਦੇ ਵੀ ਦਰਸ਼ਨ ਕਰਵਾਵਾਂਗੇ। ਮੇਰੇ ਨਾਲ ਇਸ ਸਮੇਂ ਮੌਜੂਦ ਨੇ ਆਰਕੀਟੈਕਟ ਠਾਕੁਰ ਉਦੈਵੀਰ ਸਿੰਘ ਦਾ ਬਹੁਤ-ਬਹੁਤ ਸਵਾਗਤ ਹੈ ਜਗਬਾਣੀ ਟੀਵੀ ਦੇ ਉੱਤੇ। ਤਾਂ ਇਸ ਤੋਂ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਹੋਰ ਜਾਣਕਾਰੀ ਸਾਂਝੀ ਕਰਨੀ ਚਾਹਾਂਗੀ ਕਿ ਹਾਲ ਹੀ ਦੇ ਵਿੱਚ ਜਿਹੜਾ ਵਰਲਡ ਆਰਕੀਟੈਕਚਰ ਕਮਿਊਨਿਟੀ ਵੱਲੋਂ ਇੱਕ ਅਵਾਰਡ ਜਿਹੜੀ ਸੈਰੇਮਨੀ ਕਰਵਾਈ ਜਾਂਦੀ ਹੈ ਉਸ ਦੇ ਤਹਿਤ ਉਦੈਵੀਰ ਸਿੰਘ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਇੰਟਰਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਉਹ ਸਨਮਾਨ ਕਿਉਂ ਕੀਤਾ ਗਿਆ ਇਸ ਦੇ ਬਾਰੇ ਸਾਰੀ ਜਾਣਕਾਰੀ ਹੈ ਜਿਹੜੀ ਇਹ ਉਦੈਵੀਰ ਸਿੰਘ ਤੋਂ ਹੀ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਉਦੈਵੀਰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਤੁਹਾਨੂੰ ਇਹ ਅਵਾਰਡ ਮਿਲਿਆ ਤੇ ਇੰਟਰਨੈਸ਼ਨਲ ਪੱਧਰ ਤੇ ਮਿਲਿਆ। ਇਸ ਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿ ਅਵਾਰਡ ਕਿਹਨਾਂ ਵੱਲੋਂ ਦਿੱਤਾ ਗਿਆ ਤੇ ਕਿਉਂ ਦਿੱਤਾ ਗਿਆ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਜਗਬਾਣੀ ਟੀਵੀ ਦਾ ਜਿਨ੍ਹਾਂ ਨੇ ਐਫਰਟਸ ਕੀਤੇ ਕਿ ਇਸ ਸਥਾਨ ਦੇ ਦਰਸ਼ਨ ਕਰਾਉਣ। ਨਾਲ ਦੇ ਨਾਲ ਤੁਸੀਂ ਅਵਾਰਡ ਦੇ ਬਾਰੇ ਪੁੱਛ ਰਹੇ ਹੋ ਤੇ ਮੈਂ ਅਵਾਰਡ ਬਾਰੇ ਤੁਹਾਨੂੰ ਬਰੀਫ ਵਿੱਚ ਥੋੜਾ ਇੰਟਰੋਡਕਸ਼ਨ ਦਊਂਗਾ। ਇਹ ਅਵਾਰਡ ਬੇਸਿਕਲੀ ਇੰਟਰਨੈਸ਼ਨਲ ਵਰਲਡ ਆਰਕੀਟੈਕਚਰ ਕਮਿਊਨਿਟੀ ਹੈ ਜਿਹੜੀ ਉਹ ਕਰਾਉਂਦੀ ਹੈ ਔਰ ਇਹਦੇ 3 ਸਾਈਕਲ ਹੁੰਦੇ ਆ ਸਾਲ ਵਿੱਚ ਜਿੰਦੇ 'ਚ ਵਰਲਡ ਓਵਰ ਤੋਂ ਬਿਲਡਿੰਗਸ ਨੂੰ ਇਨਵਾਈਟ ਕਰਦੇ ਆ। ਜਦੋਂ ਉਹ ਆਰਕੀਟੈਕਟਸ ਆਪਣੇ ਕੰਮ ਤੇ ਆਪਣੀ ਇਹਦੇ ਪਿੱਛੇ ਸੋਚ ਬਾਰੇ ਦੱਸਦੇ ਆ ਫਿਰ ਉਹਦੇ ਹਿਸਾਬ ਨਾਲ ਪੂਰੇ ਦੁਨੀਆ 'ਚ ਜਿਹੜੀ 15 ਬਿਲਡਿੰਗਸ ਆ ਉਹ ਸ਼ਾਰਟਲਿਸਟ ਕਰਦੇ ਆ। ਉਹਦੇ 'ਚ ਦੋ ਤਰ੍ਹਾਂ ਦੀ ਬਿਲਡਿੰਗ ਸ਼ਾਰਟਲਿਸਟ ਕਰਦੇ ਆ, ਵਨ ਇਜ਼ ਰਿਲਾਈਜ਼ਡ ਬਿਲਡਿੰਗਸ ਐਂਡ ਵਨ ਇਜ਼ ਅਨਰਿਲਾਈਜ਼ਡ ਬਿਲਡਿੰਗਸ। ਜਿਹੜੀ ਤਾਂ ਰਿਲਾਈਜ਼ਡ ਬਿਲਡਿੰਗਸ ਹੈ ਉਹ ਬਿਲਡਿੰਗਸ ਹੈ ਜਿਹੜੇ ਐਕਚੁਅਲ ਬਣ ਚੁੱਕੀਆਂ ਹੋਈਆਂ, ਜਿੱਦਾਂ ਕਿ ਗੁਰਦੁਆਰਾ ਸਾਹਿਬ ਹੈ ਇਹ ਐਕਚੁਅਲ ਬਣ ਚੁੱਕਾ ਹੋਇਆ ਹੈ। ਅਸੀਂ ਇਹਨੂੰ ਇੰਟੀਰੀਅਰਸ ਕੈਟੇਗਰੀ ਦੀ ਜਿਹੜੀ ਕਿ ਰਿਲਾਈਜ਼ ਪ੍ਰੋਜੈਕਟ ਵਿੱਚ ਅਸੀਂ ਇਹਨੂੰ ਪਾਇਆ ਸੀਗਾ ਔਰ ਜਿੰਦੇ 'ਚ ਸਾਡਾ ਪ੍ਰੋਜੈਕਟ ਸ਼ਾਰਟਲਿਸਟ ਹੋਇਆ। ਪਾਉਣ ਤੋਂ ਪਹਿਲਾਂ ਮੈਨੂੰ ਇਸ ਲਈ ਕੌਨਫੀਡੈਂਸ ਸੀਗਾ ਕਿਉਂਕਿ ਮੈਂ ਬਾਬਾ ਜੀ ਲਈ ਸਪੇਸ ਬਣਾਈ ਸੀਗੀ, ਜਗ੍ਹਾ ਸਥਾਨ ਬਣਾਇਆ ਸੀਗਾ ਤੇ ਮੈਨੂੰ ਕੌਨਫੀਡੈਂਸ ਇਸ ਲਈ ਸੀਗਾ ਕਿ ਮੈਨੂੰ ਆਪਣੇ ਆਪ ਇਹਨਾਂ ਦਾ ਆਸ਼ੀਰਵਾਦ, ਬਾਬਾ ਜੀ ਦਾ ਆਸ਼ੀਰਵਾਦ ਮਿਲੇਗਾ ਤੇ ਅਸੀਂ ਵਰਲਡ ਵਿੱਚ ਆਪਣਾ ਨਾਮ ਪਾਵਾਂਗੇ। ਔਰ ਤੁਸੀਂ ਸੁਣ ਕੇ ਹੈਰਾਨ ਹੋਗੇ, ਪਹਿਲੀ ਵਾਰ ਅਸੀਂ ਆਪਣਾ ਪ੍ਰੋਜੈਕਟ ਇਸ ਇੰਨੇ ਵੱਡੇ ਇੰਟਰਨੈਸ਼ਨਲ ਕੰਪੀਟੀਸ਼ਨ 'ਚ ਪਾਇਆ ਔਰ ਪਹਿਲੀ ਵਾਰ 'ਚ ਹੀ ਅਸੀਂ ਵਿਨ ਕੀਤਾ ਜੀ। ਔਰ ਜਿਹੜੀ ਕਿ ਨੈਸ਼ਨਲ ਲੈਵਲ ਤੇ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਇਹਦੇ ਨਾਲ ਇੰਟਰਨੈਸ਼ਨਲ ਪ੍ਰੈਜ਼ੈਂਸ ਸਾਡੀ ਬਿਲਡਿੰਗ ਦੀ ਵੀ ਬਾਬਾ ਜੀ ਦੇ ਆਸ਼ੀਰਵਾਦ ਨਾਲ ਬਣੀ। ਉਦੈਵੀਰ, ਹੁਣ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗੀ ਕਿਉਂਕਿ ਜੇਕਰ ਆਪਾਂ ਵੈਸੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਜਾਂ ਦੁਨੀਆ ਭਰ ਦੇ ਵਿੱਚ ਜਦੋਂ ਵੀ ਆਪਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖਦੇ ਹਾਂ ਤਾਂ ਇੱਕ ਗੋਲ ਗੁੰਬਦ ਦੀ ਹੀ ਨਿਸ਼ਾਨੀ ਮੰਨਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਹੈ ਤਾਂ ਮਤਲਬ ਗੋਲ ਗੁੰਬਦ ਹੈ। ਤਾਂ ਪਰ ਤੁਹਾਡੇ ਦਿਮਾਗ 'ਚ ਇਹ ਗੱਲ ਕਿਵੇਂ ਆਈ ਕਿ ਗੁੰਬਦ ਤੋਂ ਬਿਨਾਂ ਇਸ ਦੀ ਜਿਹੜੀ ਪੂਰੀ ਬਿਲਡਿੰਗ ਹੈ ਇਸ ਨੂੰ ਫਲੈਟ ਬਣਾਇਆ ਜਾਵੇ? ਜਦੋਂ ਅਸੀਂ ਇਹਦੀ ਡਿਜ਼ਾਈਨਿੰਗ ਸ਼ੁਰੂ ਕੀਤੀ ਤੇ ਬਾਬਾ ਜੀ ਨਾਲ ਡਿਸਕਸ਼ਨਸ ਹੋਈਆਂ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਨਵਾਂ ਸਥਾਨ ਬਣਾਉਣਾ ਚਾਹੁੰਦੇ ਹਾਂ ਕਿ ਅਪਰੋਕਸੀਮੇਟਲੀ ਇੰਨੀ ਪਬਲਿਕ ਆਏਗੀ। ਤੇ ਮੇਰੇ ਮਾਈਂਡ ਵਿੱਚ ਬੈਕ ਆਫ ਦਾ ਮਾਈਂਡ ਜਿਹੜਾ ਸਾਨੂੰ ਡਿਗਰੀ ਦੇ ਦੌਰਾਨ ਸਿੱਖ ਆਰਕੀਟੈਕਚਰ ਪੜ੍ਹਾਇਆ ਜਾਂਦਾ ਉਹਦੇ ਲੈਸਨਸ ਮੇਰੇ ਮਾਈਂਡ ਵਿੱਚ ਸੀਗੇ ਤੇ ਜਿਹੜੇ ਮੈਂ ਉਸ ਵੇਲੇ ਦੁਬਾਰਾ ਰਿਵਾਈਜ਼ ਕੀਤੇ ਔਰ ਪੜ੍ਹੇ ਕਿ ਸਾਡਾ ਸਿੱਖ ਆਰਕੀਟੈਕਚਰ ਕੀ ਕਹਿੰਦਾ ਸੀਗਾ, ਉਸ ਵੇਲੇ ਬਿਲਡਿੰਗਸ ਇਦਾਂ ਦੀਆਂ ਕਿਉਂ ਸੀਗੀਆਂ। ਜੇ ਤਾਂ ਅਸੀਂ ਜ਼ਿਕਰ ਕਰੀਏ ਉਹਦੇ 'ਚ ਇਹ ਵੀ ਆਉਂਦਾ ਕਿ ਜਿਹੜੀ ਪੁਰਾਣੀ ਕਈ ਬਿਲਡਿੰਗ ਸੀਗੀਆਂ ਜੇ ਕਿਤੇ ਕੋਈ ਹਿਸਟੋਰੀਕਲ ਜਗ੍ਹਾ ਹੋਈ ਤੇ ਉੱਥੇ ਉਸ ਵੇਲੇ ਕੋਈ ਹਾਲ ਜਾਂ ਗੁਰਦੁਆਰਾ ਨਹੀਂ ਸੀਗਾ। ਬੇਸਿਕਲੀ ਉਹ ਜਗ੍ਹਾ ਸੀਗੀ ਕੋਈ ਪਾਰਟਿਕੂਲਰ ਖੂਹ ਸੀਗਾ ਜਾਂ ਕੋਈ ਪਾਰਟਿਕੂਲਰ ਘਰ ਸੀਗਾ
ਤੇ ਉਹ ਐਜ਼ ਇਟ ਇਜ਼ ਕਈ ਜਗ੍ਹਾ ਰਿਟੇਨ ਨਹੀਂ ਵੀ ਹੋ ਪਾਏ ਤੇ ਸਾਡੇ ਮਾਈਂਡ ਵਿੱਚ ਇਹ ਸੀਗਾ ਕਿ ਜਦੋਂ ਅਸੀਂ ਇਹ ਬਿਲਡਿੰਗ ਬਣਾਈਏ, ਕਿਉਂਕਿ ਇਹ ਆਉਣ ਵਾਲੀ ਕਈ ਜਨਰੇਸ਼ਨਸ ਤੱਕ ਇਹ ਚੱਲਦੀਆਂ ਬਿਲਡਿੰਗ ਕੋਈ ਅੱਜ ਦੀ ਚੀਜ਼ ਨਹੀਂ ਹੁੰਦੀ ਤੇ ਆਉਣ ਵਾਲੀ ਜਨਰੇਸ਼ਨ ਅੱਜ ਦੇ ਜ਼ਮਾਨੇ ਨੂੰ ਰਿਫਲੈਕਸ਼ਨ ਦੇ ਸਕੀ ਅਸੀਂ ਜੀ। ਜੇ ਤਾਂ ਅਸੀਂ ਅੱਜ ਲੇਟੈਸਟ ਦੀ ਗੱਲ ਕਰਾਂ, ਜੇ ਮਾਡਰਨ ਆਰਕੀਟੈਕਚਰ ਦੀ ਗੱਲ ਕਰਾਂ, ਅੱਜਕੱਲ ਕੰਟੈਂਪਰੇਰੀ ਆਰਕੀਟੈਕਚਰ ਸਾਡੇ ਇੱਥੇ ਪ੍ਰੈਵਲੈਂਟ ਹੈ ਇੰਡੀਆ 'ਚ। ਜੇ ਤੁਸੀਂ ਘਰਾਂ ਨੂੰ ਵੀ ਦੇਖੋਗੇ, ਜੇ ਤੁਸੀਂ ਕੋਈ ਕਮਰਸ਼ੀਅਲ ਬਿਲਡਿੰਗਸ ਜਾਂ ਮਾਲਸ ਵੀ ਦੇਖੋਗੇ ਤਾਂ ਉਹ ਮਾਡਰਨ ਆਰਕੀਟੈਕਚਰ ਜਾਂ ਕੰਟੈਂਪਰੇਰੀ ਆਰਕੀਟੈਕਚਰ ਵਾਲੇ ਪਾਸੇ ਜ਼ਿਆਦਾ ਆ ਰਹੇ ਹੈ। ਤਾਂ ਮੇਰੇ ਮਾਈਂਡ 'ਚ ਸੀਗਾ ਕਿ ਕਿਉਂ ਨਹੀਂ ਆਪਾਂ ਗੁਰਦੁਆਰਾ ਮਾਡਰਨ ਆਰਕੀਟੈਕਚਰ ਜਾਂ ਕੰਟੈਂਪਰੇਰੀ ਆਰਕੀਟੈਕਚਰ ਵਾਲਾ ਕਰ ਸਕਦੇ, ਜੇ ਅੱਜਕੱਲ ਐਰਾ ਉਹ ਵਾਲਾ ਹੈ। ਔਰ ਜਦੋਂ ਕਿ 100 ਸਾਲ ਬਾਅਦ ਜਦੋਂ ਸਾਡੀ ਜਨਰੇਸ਼ਨ ਇਹ ਚੀਜ਼ ਦੇਖੇਗੀ ਤਾਂ ਉਹਨਾਂ ਨੂੰ ਇਹ ਪਤਾ ਹੋਏਗਾ ਕਿ ਇਹ ਉਸ ਟਾਈਮ ਤੇ ਬਣੀ ਸੀ ਜਦੋਂ ਇਹ ਵਾਲਾ ਆਰਕੀਟੈਕਚਰ ਇੱਥੇ ਪ੍ਰੀਵੈਲੈਂਟ ਸੀਗਾ। ਸੋ ਅਸੀਂ ਜੇ ਹਿਸਟਰੀ ਦੀ ਗੱਲ ਕਰੀਏ, ਕਈ ਵਾਰੀ ਆਰਚੇਸ ਇਸ ਲਈ ਦਿੱਤੀਆਂ ਜਾਂਦੀਆਂ ਸੀ ਕਿਉਂਕਿ ਸਪੈਨਸ ਨਹੀਂ ਲੈ ਪਾਉਂਦੇ ਸੀਗੇ, ਕਾਲਮ ਫ੍ਰੀ ਬਿਲਡਿੰਗ ਨਹੀਂ ਲੈ ਪਾਉਂਦੇ ਤਾਂ ਆਰਚੇਸ ਆ ਜਾਂਦੀਆਂ ਸੀਗੀਆਂ ਜਾਂ ਫਿਰ ਗੁੰਬਦ ਆ ਜਾਂਦੇ ਸੀ ਜਦੋਂ ਵੱਡੇ ਸਪੈਨਸ ਲੈਣੇ ਹੁੰਦੇ ਸੀਗੇ। ਪਲੱਸ ਸਾਊਂਡ ਕਰਕੇ ਵੀ ਫੈਕਟਰਸ ਸੀਗੇ। ਐਟ ਦ ਸੇਮ ਟਾਈਮ ਇਹ ਹੁੰਦਾ ਸੀਗਾ ਕਿ ਗੁੰਬਦ ਦੇ ਥੱਲੇ ਪੈਰ ਨਹੀਂ ਆਉਂਦੇ ਜਾਂ ਕੋਈ ਇਦਾਂ ਦੇ ਫੈਕਟਰ ਸੀਗੇ। ਸੋ ਅਸੀਂ ਜਦੋਂ ਇਹ ਵਾਲੀ ਬਿਲਡਿੰਗ ਡਿਜ਼ਾਈਨ ਕੀਤੀ, ਅਸੀਂ ਪਾਰਟਿਕੂਲਰਲੀ ਇਸ ਚੀਜ਼ ਨੂੰ ਮਾਡਰਨ ਆਰਕੀਟੈਕਚਰ ਤੇ ਫੋਕਸ ਕੀਤਾ। ਅਸੀਂ ਧਿਆਨ ਦਿੱਤਾ ਕਿ ਕਿੱਦਾਂ ਅੱਜ ਦੀ ਡੇਟ ਵਿੱਚ ਸਾਡੇ ਕੋਲ ਜਦੋਂ ਕੰਕਰੀਟ ਟੈਕਨੋਲੋਜੀ ਹੈ, ਅਸੀਂ 200 ਫੁੱਟ ਦਾ ਸਪੈਨ ਵੀ ਵਿਦਆਊਟ ਐਨੀ ਕਾਲਮ ਲੈ ਸਕਦੇ ਹਾਂ। ਮਤਲਬ ਅੱਜ ਮਾਡਰਨ ਆਰਕੀਟੈਕਚਰ 'ਚ ਸਾਡੇ ਕੋਲ ਕੋਈ ਬੈਰੀਅਰ ਨਹੀਂ ਹੈ ਕਿ ਸਾਡੇ ਕੋਲ ਇਹ ਲਿਮਿਟੇਸ਼ਨ ਹੈ। ਵੀ ਨੀਡ ਟੂ ਬੀ ਕ੍ਰੀਏਟਿਵ। ਜੇ ਅਸੀਂ ਕ੍ਰੀਏਟਿਵ ਹਾਂ, ਕੁਝ ਵੀ ਡਿਫਰੈਂਟ ਕੋਈ ਨਵੀਂ ਚੀਜ਼ ਬਣਾ ਸਕਦੇ ਹਾਂ। ਤਾਂ ਮੇਰੇ ਮਨ 'ਚ ਇਹੀ ਸੀਗਾ ਕਿ ਗੁਰਦੁਆਰਾ ਬਹੁਤ ਕ੍ਰੀਏਟਿਵ ਕਰੀਏ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ। ਤੁਸੀਂ ਦੇਖਿਆ ਜਿੱਦਾਂ ਗੁਰਦੁਆਰਾ ਸਾਰਾ ਕਾਲਮ ਫ੍ਰੀ ਹੈ ਤੇ ਜੇ ਜ਼ਿਆਦਾ ਸੰਗਤ ਵੀ ਇੱਥੇ ਬੈਠੀ ਹੈ ਉਹ ਵਿਦਆਊਟ ਐਨੀ ਹਿੰਡਰੈਂਸ ਉਹ ਕੀਰਤਨ ਸੁਣ ਸਕਦੀ ਹੈ, ਬਾਬਾ ਜੀ ਦੇ ਦਰਸ਼ਨ ਕਰ ਸਕਦੀ ਹੈ ਤੇ ਉਹ ਬੈਰੀਅਰ ਫ੍ਰੀ ਅਸੀਂ ਬਿਲਡਿੰਗ ਕੋਈ ਕਾਲਮ। ਤੁਸੀਂ ਕ੍ਰੀਏਟੀਵਿਟੀ ਦੀ ਗੱਲ ਕੀਤੀ। ਕ੍ਰੀਏਟੀਵਿਟੀ ਹੁਣ ਚਲੋ ਜਦੋਂ ਮਾਡਰਨ ਅੱਗੇ ਬੱਚੇ ਆ ਰਹੇ ਨੇ ਤਾਂ ਕ੍ਰੀਏਟੀਵਿਟੀ ਸਾਡੇ ਦਿਮਾਗ ਦੇ ਵਿੱਚ ਹੁੰਦੀ ਹੀ ਹੁੰਦੀ ਹੈ, ਪਰ ਆਪਣੀ ਸਿੱਖ ਜਥੇਬੰਦੀਆਂ ਵੱਲੋਂ ਤੁਹਾਨੂੰ ਕਿਵੇਂ ਦਾ ਹੁੰਗਾਰਾ ਮਿਲਿਆ? ਕਿਉਂਕਿ ਉਹਨਾਂ ਵੱਲੋਂ ਇਹ ਰੱਖਿਆ ਹੀ ਗਿਆ ਕਿ ਗੁੰਬਦ ਹੈਗਾ ਤਾਂ ਹੀ ਉਹ ਗੁਰਦੁਆਰਾ ਹੈ। ਜਿੰਨੀ ਸੰਗਤ ਇੱਥੇ ਆਈ ਹੈ ਸਾਰਿਆਂ ਨੇ ਬਹੁਤ ਪ੍ਰੇਜ਼ ਕੀਤੀ। ਜੇ ਇੱਥੋਂ ਦੇ ਸੰਤ ਮਹਾਂਪੁਰਸ਼ਾਂ ਦੀ ਗੱਲ ਕਰੀਏ, ਉਹਨਾਂ ਨੇ ਵੀ ਇਸ ਚੀਜ਼ ਦੀ ਪ੍ਰੇਜ਼ ਕੀਤੀ ਕਿ ਬਹੁਤ ਅੱਛਾ ਸਟਰਕਚਰ ਹੈ। ਔਰ ਜੇ ਫੋਰਨ ਤੋਂ ਵੀ ਕੋਈ ਪਬਲਿਕ ਆਈ ਹੈ ਜਾਂ ਸਾਡੀ ਜਿਹੜੀ ਸੰਗਤ ਆਈ ਹੈ, ਉਹਨਾਂ ਨੇ ਵੀ ਇਹੀ ਕਿਹਾ ਕਿ ਇੱਦਾਂ ਦੇ ਗੁਰਦੁਆਰੇ ਸਾਨੂੰ ਕਈ ਵਾਰੀ ਫੋਰਨ 'ਚ ਵੀ ਨਹੀਂ ਦੇਖਣ ਨੂੰ ਮਿਲਦੇ, ਜਿਹੜਾ ਤੁਸੀਂ ਮਾਸਟਰਪੀਸ ਜਾਂ ਬਾਬਾ ਜੀ ਦਾ ਸਥਾਨ ਇੱਥੇ ਬਣਾਇਆ ਜੀ। ਸੋ ਸਾਡੀ ਦਰਸ਼ਕਾਂ ਨੂੰ ਅਪੀਲ ਹੈ ਕਿ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੇ ਹੁਣ ਇਸ ਗੁਰਦੁਆਰਾ ਸਾਹਿਬ ਦੇ ਅਗਲੇ ਹਿੱਸੇ ਦੇ ਪੜਾਅ ਵੱਲ ਅਸੀਂ ਵਧਦੇ ਹਾਂ, ਜਿੱਥੋਂ ਗੁਰਦੁਆਰਾ ਸਾਹਿਬ ਦੀ ਜਿਹੜੀ ਅਗਲੀ ਇਮਾਰਤ ਹੈ ਉਸ ਦੇ ਦਰਸ਼ਨ ਤੁਹਾਨੂੰ ਕਰਵਾਵਾਂਗੇ। ਹੁਣ ਉਦयवीर ਸਿੰਘ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਆਪਣੇ ਕੈਰੀਅਰ ਬਾਰੇ ਕਿ ਉਹਨਾਂ ਨੇ ਆਰਕੀਟੈਕਚਰ ਦੇ ਵਿੱਚ ਕਦੋਂ ਕਦਮ ਰੱਖਿਆ ਤੇ ਕਦੋਂ ਇਸ ਪਾਸੇ ਵੱਲ ਵਧੇ ਕਿ ਅੱਗੇ ਜਾ ਕੇ ਸਿੱਖ ਜਿਹੜੀ ਇਮਾਰਤਾਂ ਨੇ ਉਹਨਾਂ ਦੇ ਨਾਲ ਉਹਨਾਂ ਦਾ ਪਿਆਰ ਵਧਿਆ ਤੇ ਇਸ ਗੁਰਦੁਆਰਾ ਸਾਹਿਬ ਨੂੰ ਡਿਜ਼ਾਈਨ ਕਰਨ ਦਾ ਉਹਨਾਂ ਦੇ ਅੰਦਰ ਸੁਪਨਾ ਜਾਗਿਆ ਜੀ। ਉਦयवीर, ਕਦੋਂ ਤੁਸੀਂ ਆਪਣਾ ਜਿਹੜਾ ਕੈਰੀਅਰ ਹੈ ਇਸ ਦੇ ਵਿੱਚ ਸਟਾਰਟ ਕਰਦੇ ਹੋ? ਮੈਮ ਮੈਂ 2010 ਦਾ ਪਾਸ ਆਊਟ ਆ ਜੀ। ਉਸ ਤੋਂ ਬਾਅਦ ਮੈਂ ਦਿੱਲੀ ਜੌਬ ਕੀਤੀ ਹੈ, MNC ਆਰਕੋਪ ਕਰਕੇ। ਮੋਹਿਤ ਗੁਜਰਾਲ ਜੀ ਕੋਲ ਟ੍ਰੇਨਿੰਗ ਕੀਤੀ ਹੈ, ਜਿਹੜੇ ਕਿ ਕੰਟਰੀ ਦੇ ਵਨ ਆਫ ਦਾ ਬੈਸਟ ਕੰਪਨੀਜ਼ ਹੈ ਦੋਨੋਂ। ਉੱਥੇ ਮੈਂ ਕੰਮ ਕੀਤਾ। ਫਿਰ ਜਦੋਂ ਮੈਂ ਜਲੰਧਰ ਸ਼ਿਫਟ ਹੋਇਆ ਤਾਂ ਇੱਕ ਸ਼ੁਰੂ ਤੋਂ ਸੁਪਨਾ ਸੀਗਾ ਕਿ ਆਪਣੇ ਸ਼ਹਿਰ ਲਈ ਕੁਝ ਇੱਦਾਂ ਦਾ ਕਰਕੇ ਦਿਖਾਈਏ ਕਿ ਉਹ ਇੰਟਰਨੈਸ਼ਨਲ ਲੈਵਲ ਤੱਕ ਜਾ ਕੇ ਸਾਡਾ ਰਿਫਲੈਕਸ਼ਨ ਹੋਵੇ। ਤੁਸੀਂ ਗੱਲ ਕੀਤੀ ਕਿ ਤੁਸੀਂ ਦਿੱਲੀ ਦੇ ਵਿੱਚ ਜੌਬ ਕਰ ਰਹੇ ਸੀ ਤੇ ਫਿਰ ਇਹ ਸਬਬ ਕਿਵੇਂ ਬਣਿਆ ਕਿ ਇੱਥੇ ਜਲੰਧਰ ਦੇ ਵਿੱਚ ਨਿਰਮਲ ਕੁਟੀਆ ਗੁਰਦੁਆਰਾ ਸਾਹਿਬ ਦਾ ਡਿਜ਼ਾਈਨ ਤੁਸੀਂ ਤਿਆਰ ਕਰਨਾ ਹੈ? ਮੈਂ ਆਫਿਸ ਬੈਠਾ ਹੀ ਕੰਮ ਕਰ ਰਿਹਾ ਸੀ, ਮੈਨੂੰ ਹਾਲੇ ਵੀ ਯਾਦ ਹੈ ਦੁਪਹਿਰ ਦਾ ਵੇਲਾ ਸੀਗਾ ਤੇ ਫਾਦਰ ਸਾਹਿਬ ਦਾ ਫੋਨ ਆਇਆ ਕਿ ਬਾਬਾ ਜੀ ਨੇ ਗੁਰਦੁਆਰਾ ਬਣਾਉਣਾ ਤਾਂ ਉਹਨਾਂ ਨੂੰ ਕਿਸੇ ਆਰਕੀਟੈਕਟ ਦੀ ਲੋੜ ਹੈ। ਤੇ ਉਹ ਮੈਨੂੰ ਫੋਨ ਆਇਆ ਕਿ ਤੁਹਾਡਾ ਬੇਟਾ ਆਰਕੀਟੈਕਚਰ ਕਰਕੇ ਆਇਆ ਹੈ, ਡਿਗਰੀ ਕਰਕੇ ਆਇਆ ਤੇ ਤੁਸੀਂ ਕਿਉਂ ਨਹੀਂ ਇੱਥੇ ਆ ਕੇ ਡਿਜ਼ਾਈਨ ਕਰਦੇ? ਤੇ ਤੂੰ ਇੰਸਟੈਂਟਲੀ ਪਹਿਲਾਂ ਤੂੰ ਸੰਤ ਉਹਨਾਂ ਕੋਲ ਬਾਬਾ ਜੀ ਕੋਲ ਚਲ ਜਾ ਤੇ ਜੋ ਉਹ ਉਹਨਾਂ ਦਾ ਥਾਟ ਪ੍ਰੋਸੈਸ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਐਟ ਦ अर्ਲੀਐਸਟ ਤੂੰ ਜਾ ਕੇ ਉਹਨਾਂ ਨੂੰ ਮਿਲ। ਤੇ ਮੈਂ ਸਾਰੇ ਕੰਮ ਛੱਡ ਕੇ ਆਫਿਸ ਤੋਂ ਸਿੱਧਾ ਬਾਬਾ ਜੀ ਕੋਲ ਆਇਆ। ਬਾਬਾ ਜੀ ਨੇ ਆਪਣੇ ਮਾਈਂਡ 'ਚ ਜੋ ਪ੍ਰੋਸੈਸ ਚੱਲ ਰਿਹਾ ਸੀਗਾ ਕਿ ਸਾਨੂੰ ਹਾਲ ਕਿੰਨੇ ਲੋਕਾਂ ਲਈ ਚਾਹੀਦਾ ਹੈ,
ਕੀ ਰਿਕੁਆਇਰਮੈਂਟਸ ਹੈ ਜੀ ਕੀ ਉਹਨਾਂ ਦੀ ਸੋਚ ਹੈ ਹਾਲ ਨੂੰ ਲੈਂਦੇ ਹੋਏ। ਉਸ ਹਿਸਾਬ ਨਾਲ ਉਹਨਾਂ ਨੇ ਮੈਨੂੰ ਆਪਣੀ ਬਰੀਫਿੰਗ ਦਿੱਤੀ। ਉਸ ਤੋਂ ਬਾਅਦ ਅਸੀਂ ਡਿਜ਼ਾਈਨਿੰਗ ਦੇ 5-6 ਪ੍ਰਪੋਜ਼ਲ ਬਣਾਏ ਕਿ ਅਸੀਂ ਇਦਾਂ ਦਾ ਹਾਲ ਬਣਾਵਾਂਗੇ, ਇਦਾਂ ਦਾ ਬਣਾਵਾਂਗੇ। ਫਿਰ ਫਾਈਨਲੀ ਜੋ ਬਾਬਾ ਜੀ ਨੇ ਫਾਈਨਲ ਸਿਲੈਕਸ਼ਨ ਕੀਤੀ ਕਿ ਫਿਰ ਉਹਦੇ ਹਿਸਾਬ ਨਾਲ ਅਸੀਂ ਕੰਮ ਕਰਦੇ ਗਏ। ਬਟ ਮੈਂ ਉਸ ਵੇਲੇ ਬਾਬਾ ਜੀ ਨੂੰ ਸਿਰਫ ਇੱਕੋ ਇੱਕ ਗੱਲ ਦੀ ਕਮਿਟਮੈਂਟ ਦਿੱਤੀ ਸੀ ਕਿ ਮੈਨੂੰ ਕੁਝ ਕ੍ਰੀਏਟਿਵ ਕਰਨ ਦੇ ਕੋਈ ਡਿਫਰੈਂਟ ਕਰਨ ਦੇ ਤਾਂ ਕਿ ਅਸੀਂ ਜਿਹੜੀ ਹੈ ਸਾਡਾ ਸਟਰਕਚਰ ਹੈ ਉਹ ਦੁਨੀਆ ਭਰ 'ਚ ਲੋਕ ਦੇਖਣ ਇਹਨੂੰ, ਕਿਉਂਕਿ ਪਬਲਿਕ ਬਿਲਡਿੰਗ ਹੈ, ਜਿੰਨੇ ਲੋਕ ਆਣਗੇ ਉਹਨਾਂ ਲਈ ਇਹ ਇੱਕ ਮਾਸਟਰਪੀਸ ਹੋਣਾ ਚਾਹੀਦਾ। ਬਾਬਾ ਜੀ ਦਾ ਬੇਸਿਕਲੀ ਜੇ ਗੱਲ ਕਰਾਂ ਗੁਰਦੁਆਰੇ ਦੀ, ਗੁਰਦੁਆਰੇ ਦਾ ਇੱਕ ਆਪਣਾ ਔਰਾ ਤਾਂ ਹੁੰਦਾ ਹੀ ਹੈ ਕਿਉਂਕਿ ਕੀਰਤਨ ਹੁੰਦਾ ਹੈ, ਪਾਠ ਹੁੰਦਾ ਹੈ, ਇੱਥੇ ਹਮੇਸ਼ਾ ਪੋਜ਼ਿਟਿਵਿਟੀ ਤਾਂ ਹੁੰਦੀ ਹੈ। ਤੇ ਅਸੀਂ ਕੋਸ਼ਿਸ਼ ਕੀਤੀ ਕਿ ਬਿਲਡਿੰਗ ਦੇ ਰੂਪ ਵਿੱਚ ਜੋ ਅਸੀਂ ਮਾਸਟਰਪੀਸ ਕ੍ਰੀਏਟ ਕਰ ਸਕਦੇ ਹਾਂ ਉਹ ਅਸੀਂ ਬੈਸਟ ਕ੍ਰੀਏਟ ਕਰਦੇ ਹਾਂ ਜੀ। ਕਿਉਂਕਿ ਇੰਟੀਰੀਅਰਸ ਦੇ ਉੱਤੇ ਜੇ ਅੱਜ ਕੱਲ ਗੱਲ ਕੀਤੀ ਜਾਵੇ ਤਾਂ ਖਰਚਾ ਬਹੁਤ ਹੁੰਦਾ ਹੈ, ਤਾਂ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਇੰਟੀਰੀਅਰਸ ਕਿਉਂਕਿ ਡਿਜ਼ਾਈਨ ਕੀਤੇ ਗਏ ਆਬਵੀਅਸਲੀ ਬਹੁਤ ਪੈਸਾ ਜਿਹੜਾ ਲੱਗਿਆ ਹੋਊਗਾ, ਤਾਂ ਜੇ ਸਪਾਂਸਰਸ਼ਿਪ ਦੀ ਗੱਲ ਆਉਂਦੀ ਹੈ ਤਾਂ ਫਿਰ ਉੱਥੇ ਕੌਣ ਸੀ ਨਾਲ? ਦੇਖੋ ਮੈਂ ਇਹਦੇ 'ਚ ਤਾਂ ਇਹ ਗੱਲ ਕਹਿਣਾ ਹੁੰਦਾ ਕਿ ਅਸੀਂ ਕਰਨ ਵਾਲੇ ਕੁਝ ਨਹੀਂ ਹੁੰਦੇ ਜਾਂ ਇਹ ਪਰਮਾਤਮਾ ਆਪਣੀ ਚੀਜ਼ਾਂ ਆਪ ਕਰਾਉਂਦਾ ਹੈ ਜੀ। ਤੇ ਫ੍ਰੈਂਕਲੀ ਤੁਹਾਨੂੰ ਦੱਸਾਂ ਤੇ ਅਸੀਂ ਵੀ ਬਿਲਡਿੰਗ ਲਈ ਕੋਈ ਆਪਣੀ ਕੋਈ ਆਰਕੀਟੈਕਚਰ ਫੀਸ ਨਹੀਂ ਲਈ ਹੈ, ਅਸੀਂ ਫ੍ਰੀ ਆਫ ਕਾਸਟ ਸੇਵਾ ਕੀਤੀ ਹੈ ਜੀ। ਇਸ ਤੋਂ ਵੱਡਾ ਕੀ ਸੁਭਾਗਿਆ ਹੋ ਸਕਦਾ ਜਾਂ ਚੰਗੀ ਕਿਸਮਤ ਹੋ ਸਕਦੀ ਹੈ ਕਿ ਸਾਨੂੰ ਇਦਾਂ ਦਾ ਸਥਾਨ ਡਿਜ਼ਾਈਨ ਕਰਨ ਲਈ ਮੌਕਾ ਮਿਲੇ। ਤੁਸੀਂ ਦਿੱਲੀ ਦੇ ਵਿੱਚ ਸਟੱਡੀ ਕੀਤੀ, ਉਸ ਤੋਂ ਬਾਅਦ ਜੇਕਰ ਬੱਚਿਆਂ ਦੇ ਵਿੱਚ ਕਿਉਂਕਿ ਬਹੁਤ ਕਰੇਜ਼ ਹੈ ਕਿ ਜੇ ਉਹ ਆਰਕੀਟੈਕਚਰ ਦੇ ਵਿੱਚ ਕਦਮ ਰੱਖ ਰਹੇ ਨੇ ਤਾਂ ਉਹਨਾਂ ਨੇ ਜੇ ਆਪਣਾ ਕੈਰੀਅਰ ਸੈੱਟ ਕਰਨਾ ਤਾਂ ਫੋਰਨ ਦੇ ਵਿੱਚ ਹੀ ਕਰਨਾ, ਤੇ ਤੁਸੀਂ ਫਿਰ ਇੱਥੇ ਹੀ ਰਹਿਣ ਦਾ ਕਿਵੇਂ ਸੋਚਿਆ? ਬੜਾ ਮਜ਼ੇਦਾਰ ਤੁਸੀਂ ਸਵਾਲ ਕੀਤਾ ਹੈ। ਔਰ ਜਿੱਦਾਂ ਹਰ ਬੱਚੇ ਦੀ ਚਾਹ ਹੁੰਦੀ ਹੈ ਬਾਹਰ ਜਾਣ ਦੀ ਜਾਂ ਉਹ ਵਾਲੀ, ਤੇ ਮੈਨੂੰ ਹੱਲੇ ਵੀ ਯਾਦ ਹੈ ਕਿ ਮੇਰਾ ਵੀ ਇਹੀ ਸੇਮ ਸੀਨ ਸੀਗਾ ਔਰ ਮੈਂ ਵੀ ਫੋਰਨ ਜਾਣ ਦੀ ਮਾਸਟਰਸ ਕਰਨ ਲਈ ਸੋਚ ਰਿਹਾ ਸੀਗਾ। ਤੇ ਫਿਰ ਕਿਸੇ ਨਾਲ ਮੁਲਾਕਾਤ ਹੋਈ ਜਿਹੜੇ ਇੱਥੇ ਸਟਰਕਚਰ ਇੰਜੀਨੀਅਰ ਸੀਗੇ ਬਲਜੀਤ ਸਰ, ਉਹ ਮੈਨੂੰ ਕਹਿਣ ਲੱਗੇ ਕਿ ਵੀ ਤੂੰ ਇੰਨਾ ਅੱਛਾ ਕੰਮ ਕਰਦਾ ਹੈ ਕਿ ਕਿਉਂ ਨਹੀਂ ਇੱਥੇ ਆਪਣੀ ਪ੍ਰੈਕਟਿਸ ਜਲੰਧਰ ਵਿੱਚ ਸ਼ੁਰੂ ਕਰਦਾ ਜੀ। ਤੇ ਮੈਂ ਉਹਨਾਂ ਨੂੰ ਛੋਟੀ ਜਿਹੀ ਗੱਲ ਕਹੀ ਕਿ ਵੀ ਮੈਂ ਫੋਰਨ ਜਾ ਕੇ ਇੱਕ ਐਕਸਪੋਜ਼ਰ ਲੈਣਾ ਚਾਹੁੰਦਾ ਕਿ ਉੱਥੇ ਕਿੱਦਾਂ। ਉਹ ਕਹਿੰਦੇ ਨਹੀਂ ਤੂੰ ਬਹੁਤ ਅੱਛਾ ਕੰਮ ਕਰ ਰਿਹਾ ਤੇ ਫਿਲਹਾਲ ਮੇਰੇ ਹਿਸਾਬ ਨਾਲ ਤੈਨੂੰ ਇਦਾਂ ਦੇ ਐਕਸਪੋਜ਼ਰ ਦੀ ਲੋੜ ਨਹੀਂ ਹੈ, ਜੋ ਕਿਉਂਕਿ ਅਸੀਂ ਵੱਡੀ ਕੰਪਨੀ 'ਚ ਕੰਮ ਕਰ ਰਹੇ ਸੀ, ਉੱਥੇ ਪ੍ਰੋਫੈਸ਼ਨਲਿਜ਼ਮ ਬਹੁਤ ਸੀਗਾ, ਡਰਾਇੰਗ ਦੀ ਡਿਟੇਲਿੰਗ ਬਹੁਤ ਅੱਛੇ ਲੈਵਲ ਤੇ ਕਰਦੇ ਸੀਗੇ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਡਿਟੇਲਿੰਗ ਇੱਥੇ ਕੋਈ ਨਹੀਂ ਕਰ ਰਿਹਾ ਤੇ ਤੂੰ ਚੁੱਪਚਾਪ ਆਪਣਾ ਕੰਮ ਸ਼ੁਰੂ ਕਰ ਲੈ, ਜਿਹੜਾ ਤੇਰਾ ਐਕਸਪੋਜ਼ਰ ਹੈ ਉਹ ਤੂੰ ਸਾਲ 'ਚ 2-3 ਵਾਰ ਕਿਤੇ ਨਾ ਕਿਤੇ ਫੋਰਨ ਘੁੰਮ ਕੇ ਆਇਆ ਕਰੀ ਜਾਂ ਐਗਜ਼ੀਬਿਸ਼ਨਸ 'ਤੇ ਜਾਇਆ ਕਰੀ, ਤਾਂ ਉੱਥੇ ਤੈਨੂੰ ਐਕਸਪੋਜ਼ਰ ਆਪਣੇ ਆਪ ਹੋ ਜਾਇਆ ਕਰੇਗਾ। ਔਰ ਅੱਜ ਮੈਂ ਉਹੀ ਚੀਜ਼ਾਂ ਫੋਲੋ ਕਰਦਾ। ਸਾਲ 'ਚ ਅਸੀਂ ਕੋਸ਼ਿਸ਼ ਕਰੀਦੀ ਹੈ ਵੱਧ ਤੋਂ ਵੱਧ ਜਿਹੜੀ ਕੋਈ ਇੰਟਰਨੈਸ਼ਨਲ ਐਗਜ਼ੀਬਿਸ਼ਨ ਆਉਂਦੀ ਹੈ, ਕੋਈ ਇੰਟਰਨੈਸ਼ਨਲ ਕੰਪੀਟੀਸ਼ਨਸ ਆਉਂਦੇ ਹੈ, ਉਹਦੇ 'ਚ ਪਾਰਟ ਲਈਏ। ਜੇ ਪਾਰਟ ਲੈਣੇ ਆ, ਜੇ ਕਦੀ ਅਸੀਂ ਜਿੱਤ ਸਕਦੇ ਹਾਂ ਕਦੀ ਹਾਰ ਸਕਦੇ ਹਾਂ, ਬਟ ਹਾਰਨ ਨਾਲ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਅਗਲੀ ਵਾਰ ਜਿੱਤ ਕਿੱਦਾਂ ਸਕਦੇ ਹੋ, ਕੀ ਤੁਹਾਡਾ ਪੋਜ਼ਿਟਿਵ ਹੋਣਾ ਚਾਹੀਦਾ। ਤਾਂ ਫਿਲਹਾਲ ਉਹੀ ਮਿਹਨਤਾਂ ਰੰਗ ਲਿਆਈਆਂ ਔਰ ਤੁਸੀਂ ਦੇਖੋ ਕਿ ਇਸ ਬਿਲਡਿੰਗ ਲਈ ਸਾਨੂੰ ਇੰਟਰਨੈਸ਼ਨਲ ਅਵਾਰਡ ਮਿਲਿਆ, ਜਿਹੜੀ ਕਿ ਸਾਡੇ ਲਈ ਔਰ ਸੋਸਾਇਟੀ ਲਈ ਵੀ ਇੱਕ ਵੱਡੀ ਗੱਲ ਹੈ ਜੀ। ਤੇ ਇਹਦੇ ਵਿੱਚ ਮੈਂ ਇਹ ਵੀ ਜਾਣਨਾ ਚਾਹਾਂਗੀ ਕਿਉਂਕਿ ਇੰਟਰਨੈਸ਼ਨਲ ਅਵਾਰਡ ਸੀਗਾ, ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਕਿਸੇ ਵਿਅਕਤੀ ਨੇ ਆਰਕੀਟੈਕਚਰ ਦੇ ਵਿੱਚ ਕੋਈ ਉਹਨਾਂ ਵੱਲੋਂ ਕੋਈ ਪ੍ਰੈਜੈਂਟੇਸ਼ਨ ਦਿੱਤੀ ਗਈ ਸੀ? ਪੰਜਾਬ ਵੱਲੋਂ ਪ੍ਰੈਜੈਂਟੇਸ਼ਨ ਦਾ ਤਾਂ ਡਿਸਕਲੋਜ਼ ਨਹੀਂ ਹੁੰਦਾ ਕਿ ਕਿੰਨਾ ਨੇ ਦਿੱਤੀ ਹੈ, ਬਟ ਹਾਂ ਇਹ ਲਿਖਿਆ ਹੁੰਦਾ ਕਿ ਅਰਾਊਂਡ ਇੰਨੇ ਪ੍ਰੋਜੈਕਟਸ ਆਏ ਸੀਗੇ ਤੇ ਉਹਦੇ 'ਚ ਆਈ ਥਿੰਕ 150 ਪ੍ਰੋਜੈਕਟਸ ਵਰਲਡ ਵਾਈਡ ਸੀਗੇ, ਅਲੱਗ-ਅਲੱਗ ਪਾਰਟਸ ਆਫ ਦ ਵਰਲਡ ਤੋਂ। ਤੇ ਪੰਜਾਬ 'ਚੋਂ ਜੋ ਮੇਰੀ ਨੌਲੇਜ ਕਹਿੰਦੀ ਹੈ, ਜਿੱਥੋਂ ਤੱਕ ਮੈਨੂੰ ਯਾਦ ਹੈ, ਜੇ ਇਸ ਪਰਟੀਕੂਲਰ ਪ੍ਰੋਜੈਕਟ ਦੀ ਗੱਲ ਕਰਾਂ ਤੇ ਹਾਲੇ ਤੱਕ ਕੋਈ ਨਹੀਂ ਇਹਨੂੰ ਵਿਨ ਕਰ ਸਕਿਆ। ਔਰ ਜੇ ਨੈਸ਼ਨਲ ਲੈਵਲ ਤੇ ਗੱਲ ਕਰੀਏ ਤਾਂ ਹਾਂ ਕਾਫੀ ਲੋਕ ਹੈ ਜਿਹੜੇ ਨੈਸ਼ਨਲ ਲੈਵਲ ਤੇ ਜਿੱਤੇ, ਪਰ ਪੰਜਾਬ 'ਚ ਮੈਂ ਪਰਮਾਤਮਾ ਦੀ ਕਿਰਪਾ ਨਾਲ ਪਹਿਲਾ ਸ਼ਖਸ ਹਾਂ ਜਾਂ ਸਾਡੀ ਪਹਿਲੀ ਫਰਮ ਹੈ ਜਿਹਨੇ ਅਵਾਰਡ ਜਿੱਤਿਆ। ਸੋ ਇੱਕ ਵੱਡੀ ਗੱਲ ਹੈ ਕਿ ਕਿਸੇ ਸਮੇਂ ਤੁਸੀਂ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਸੀ ਤੇ ਅੱਜ ਪੰਜਾਬ ਦੇ ਵਿੱਚ ਇੱਕ ਵੱਡਾ ਨਾਮ ਹੈ ਜਿਹੜਾ ਤੁਸੀਂ ਉਹ ਕਮਾ ਰਹੇ ਹੋ ਤੇ ਆਰਕੀਟੈਕਚਰ ਦੇ ਵਿੱਚ। ਸੋ ਹੁਣ ਦਰਸ਼ਕਾਂ ਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਸ੍ਰੀ ਨਿਰਮਲ ਕੁਟੀਆ ਸਾਹਿਬ ਦੇ।
ਸੋ ਹੁਣ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਨਿਰਮਲ ਕੁਟੀਆ ਸਾਹਿਬ ਦੇ, ਜਿੱਥੇ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ, ਉਸ ਦੇ ਨਾਲ ਹੀ ਕੀਰਤਨ ਕਰਨ ਦੇ ਲਈ ਵੀ ਜਿਹੜੇ ਸਪੈਸ਼ਲ ਜਿਹੜੀ ਜਗ੍ਹਾ ਆ ਉਹ ਬਣਾਈ ਗਈ ਹੈ। ਇਸ ਤੋਂ ਇਲਾਵਾ ਹੁਣ ਉਹਦੇ ਵੀਰ ਤੋਂ ਜਾਣਦੇ ਹਾਂ ਕਿ ਇੰਟੀਰੀਅਰਸ ਦੇ ਵਿੱਚ ਉਹਨਾਂ ਵੱਲੋਂ ਕੀ ਜਿਹੜੀਆਂ ਚੀਜ਼ਾਂ ਵਰਤੀਆਂ ਗਈਆਂ ਨੇ ਜੀ ਉਹਦੇ ਵੀਰ। ਇੰਟੀਰੀਅਰਸ 'ਚ ਜੇ ਗੱਲ ਕਰਾਂ, ਇਸ ਹਾਲ ਵਿੱਚ ਟਿਪੀਕਲ ਚੀਜ਼ਾਂ ਨਹੀਂ ਯੂਜ਼ ਕੀਤੀਆਂ ਗਈਆਂ। ਅੱਜ ਕੱਲ੍ਹ ਦੀ ਜੋ ਲੇਟੈਸਟ ਟੈਕਨੋਲੋਜੀ ਹੈ ਜਾਂ ਜੋ ਲੇਟੈਸਟ ਚੀਜ਼ਾਂ ਹੈ ਉਸ ਹਿਸਾਬ ਨਾਲ ਹਰ ਚੀਜ਼ ਯੂਜ਼ ਕੀਤੀ ਗਈ ਹੈ। ਜੇ ਕਿਤੇ ਆਪਾਂ ਹੋਰ ਗੁਰਦੁਆਰਿਆਂ ਦੀ ਗੱਲ ਕਰੀਏ, ਕਈ ਜਗ੍ਹਾ ਟਿਊਬ ਯੂਜ਼ ਕੀਤੇ ਹੁੰਦੇ ਆ, ਕਈ ਜਗ੍ਹਾ ਪੈਨਲ ਯੂਜ਼ ਕੀਤੇ ਹੁੰਦੇ ਆ। ਅਸੀਂ ਇੱਥੇ ਸਾਰੀ LED ਸਪੌਟਲਾਈਟਸ ਯੂਜ਼ ਕੀਤੀਆਂ ਹੋਈਆਂ, ਜਿਹੜੀ ਤੁਸੀਂ ਉੱਪਰ ਦੇਖ ਸਕਦੇ ਹੋ ਸੀਲਿੰਗ ਵਿੱਚ। ਫਿਰ ਬਹੁਤ ਵੱਡਾ ਸ਼ੈਂਡਲਰ ਦਿੱਤਾ ਹੈ, ਜਿੱਦਾਂ ਕਿ ਇੱਕ ਬਹੁਤ ਗ੍ਰੈਂਡ ਇਫੈਕਟ ਆਉਂਦਾ ਹੈ, ਜਿਹਦੇ ਨਾਲ ਕਿ ਆਪਾਂ ਕਿਸੇ ਇੱਕ ਅੱਛੀ ਸਥਾਨ 'ਤੇ ਆਏ ਹਾਂ ਉਹ ਵਾਲੀ ਫੀਲ ਦੇਣ ਲਈ। ਜੇ ਮੈਂ ਜਿਹੜੀ ਸਾਡੇ ਪਿੱਛੇ ਆਰਚਿਸ ਦੀ ਗੱਲ ਕਰਾਂ, ਇਹ ਪਾਰਟਿਕੂਲਰਲੀ ਜੇ ਅਸੀਂ ਆਪਣੇ ਹਿਸਟੋਰੀਕਲ ਗੁਰਦੁਆਰੇ ਦੇਖਦੇ ਹਾਂ, ਉਹਦੇ 'ਚ ਜਿੱਦਾਂ ਦੀ ਆਰਚਿਸ ਯੂਜ਼ ਹੁੰਦੀਆਂ, ਉਹ ਤੋਂ ਇੰਸਪਾਇਰ ਹੋ ਕੇ ਉਹ ਜਿੱਦਾਂ ਪਹਿਲਾਂ ਬਣਦੀਆਂ ਸੀਗੀਆਂ ਉਹਨੂੰ ਮਾਡਰਨ ਟੱਚ ਦੇ ਕੇ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ, ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਮਾਡਰਨ ਲਾਈਟ ਯੂਜ਼ ਹੋਈ ਹੈ, ਵਿੱਚ ਵਾਲਪੇਪਰ ਯੂਜ਼ ਹੋਇਆ ਹੈ, ਜਿਹੜੀ ਕਿ ਉਸ ਵੇਲੇ ਨਹੀਂ ਚੱਲਦੀਆਂ ਸੀਗੀਆਂ, ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਕੀਤੀਆਂ ਗਈਆਂ। ਜੇ ਪੁਰਾਣੇ ਦੀ ਗੱਲ ਕਰਾਂ ਤੇ ਹਿਸਟੋਰੀਕਲ ਜਗ੍ਹਾਵਾਂ ਦੀ, ਤੇ ਉੱਥੇ ਜਿਹੜਾ ਕਿ ਇੰਟਰੀਗੇਟ ਕੰਮ ਹੁੰਦਾ ਸੀਗਾ, ਉਹ ਹੁੰਦਾ ਸੀਗਾ ਜਿਹੜਾ ਉਸ ਵੇਲੇ ਚੱਲਦਾ ਸੀਗਾ। ਅੱਜ ਜਦ ਕਿ ਉਹ ਵੇਲੇ ਕਾਰੀਗਰ ਨਹੀਂ ਈਜ਼ੀਲੀ ਮਿਲਦੇ, ਤੇ ਅੱਜ ਅਸੀਂ ਮਾਡਰਨ ਸਾਰਾ ਕੁਝ, ਜੇ ਵਾਲ ਕਲੈਡਿੰਗਸ ਦੀ ਗੱਲ ਕਰਾਂ ਤੇ ਇਟਾਲੀਅਨ ਲੁੱਕ ਦੀ ਜਿਹੜੀ ਮਾਰਬਲ ਟਾਈਲਸ ਲਗਾਈਆਂ ਗਈਆਂ ਹੈ। ਛੱਤ ਦੀ ਗੱਲ ਕਰਾਂ, ਲਾਈਟਸ ਹੈ। AC ਦੀ ਗੱਲ ਕਰਾਂ ਤੇ ਸੈਂਟਰਲੀ AC ਕੰਡੀਸ਼ਨ, ਮਤਲਬ 에ਅਰ ਕੰਡੀਸ਼ਨਡ ਪੂਰਾ ਹਾਲ ਹੈ। ਸੋ ਸਾਰੀ ਜੋ ਮਾਡਰਨ ਚੀਜ਼ਾਂ ਯੂਜ਼ ਹੁੰਦੀਆਂ ਸੀ ਉਹ ਉਸੇ ਹਿਸਾਬ ਨਾਲ ਹੀ ਸਾਰਾ ਕੀਤਾ ਹੈ, ਜਿਹੜਾ ਫਿਨਿਸ਼ਿੰਗ ਵਾਈਜ਼ ਜਿਹੜੀ ਮਾਡਰਨ ਟੈਕਨੋਲੋਜੀ। ਮੈਨੂੰ ਪਹਿਲਾਂ ਲੱਗਾ ਸੀ ਕਿ ਗੁੰਬਦ ਸ਼ਾਇਦ ਨਹੀਂ ਹੈ, ਪਰ ਮੈਂ ਹੁਣੇ ਦੇਖ ਕੇ ਆਈ ਹਾਂ ਕਿ ਉੱਥੋਂ ਗੁੰਬਦ ਲਈ ਵੀ ਬਣਾਇਆ ਗਿਆ ਹੈ। ਤੇ ਫਿਰ ਉਹ ਗੁੰਬਦ ਦੀ ਜਿਹੜੀ ਸ਼ੇਪ ਹੈ ਉਹ ਕਿਸ ਚੀਜ਼ ਨਾਲ ਦਿੱਤੀ ਗਈ? ਦੇਖੋ, ਜਿਹੜੇ ਪੁਰਾਣੇ ਗੁੰਬਦ ਸੀਗੇ ਉਹ ਕੰਕਰੀਟ ਵਿੱਚ ਸੀਗੇ। ਜਦੋਂ ਅਸੀਂ ਕੰਟੈਂਪਰੇਰੀ ਆਰਕੀਟੈਕਚਰ ਦੀ ਗੱਲ ਕਰਦੇ ਹਾਂ ਤੇ ਇਹ ਇੱਥੇ ਸਟੀਲ ਜ਼ਿਆਦਾ ਯੂਜ਼ ਹੁੰਦਾ ਹੈ। ਤੁਸੀਂ ਅੱਜ ਕੱਲ੍ਹ ਘਰ ਵੀ ਦੇਖੇ ਹੋਣੇ ਜਿਨ੍ਹਾਂ 'ਚ ਗਾਰਡਰ ਅੱਗੇ ਲੱਗੇ ਹੁੰਦੇ ਜਾਂ ਸਟੇਨਲੈਸ ਸਟੀਲ ਲੱਗਾ ਹੁੰਦਾ। ਤਾਂ ਅਸੀਂ ਗੁੰਬਦ ਵੀ ਅਸੀਂ ਕੰਟੈਂਪਰੇਰੀ ਜਾਂ ਮਾਡਰਨ ਆਰਕੀਟੈਕਚਰ ਤੋਂ ਇੰਸਪੀਰੇਸ਼ਨ ਲੈ ਕੇ ਜਿਹੜਾ ਉਹਨੂੰ ਸਟੇਨਲੈਸ ਸਟੀਲ ਵਿੱਚ ਬਣਵਾਇਆ ਹੈ। ਔਰ ਸਾਈਜ਼ ਗੁੰਬਦ ਦਾ ਕਾਫੀ ਵੱਡਾ ਹੈ, ਔਰ ਉਹਦੇ 'ਚ ਸਟੇਨਲੈਸ ਸਟੀਲ ਰਿਬਸ ਯੂਜ਼ ਕੀਤੀਆਂ ਹੋਈਆਂ, ਜਿਹੜੀਆਂ ਕਿ ਮਾਡਰਨ ਵੇ ਨਾਲ ਲੱਗਦਾ ਹੈ ਕਿ ਗੁੰਬਦ ਹੈ। ਗੁੰਬਦ ਦੀ ਆਪਣੀ ਵੀ ਪਹਿਚਾਨ ਉਹਨੂੰ, ਤਾਂ ਕਿ ਉਹ ਪਤਾ ਲੱਗੇ ਦੂਰੋਂ ਦੇਖ ਕੇ ਕਿ ਇਹ ਰਿਲੀਜੀਅਸ ਬਿਲਡਿੰਗ ਹੈ, ਤਾਂ ਕਿ ਉਹ ਗੁੰਬਦ, ਬਟ ਉਹਨੂੰ ਬਲੈਂਡਡ ਵੇ ਨਾਲ ਯੂਜ਼ ਕੀਤਾ ਗਿਆ, ਡਿਫਰੈਂਟ ਨਿਆ ਤਰੀਕਾ ਦਿੱਤਾ ਗਿਆ। ਮੈਂ ਜਦੋਂ ਇਤਿਹਾਸ ਬਾਰੇ ਪੜ੍ਹ ਰਹੀ ਸੀ ਤਾਂ ਮੈਨੂੰ ਪਤਾ ਲੱਗਾ ਕਿ ਇੱਥੇ ਕਿਸੇ ਸਮੇਂ ਕਬਰਸਤਾਨ ਹੁੰਦਾ ਸੀ, ਕਿਉਂਕਿ ਕਬਰਸਤਾਨ ਹੋਣ ਕਰਕੇ ਇੱਥੋਂ ਦੀ ਜਿਹੜੀ ਮਿੱਟੀ ਸੀਗੀ ਉਹ ਬਹੁਤ ਜ਼ਿਆਦਾ ਮਤਲਬ ਬੰਜਰ ਹੋ ਚੁੱਕੀ ਸੀ। ਉਸ ਤੋਂ ਬਾਅਦ ਫਿਰ ਬਹੁਤ ਸਾਰੀਆਂ ਡਿਫਿਕਲਟੀਜ਼ ਆਈਆਂ ਹੋਣਗੀਆਂ ਇਮਾਰਤ ਖੜੀ ਕਰਨ ਲਈ। ਮੈਂ ਤੁਹਾਨੂੰ ਮਜ਼ੇਦਾਰ ਗੱਲ ਦੱਸਦਾ, ਜਦੋਂ ਅਸੀਂ ਐਗਜ਼ਿਸਟਿੰਗ ਬਿਲਡਿੰਗਸ ਦੇਖ ਰਹੇ ਸੀਗੇ, ਸਾਨੂੰ ਇੱਥੇ ਦੱਸ ਰਹੇ ਸੀਗੇ ਕਿ ਜੀ ਸਰੀਆ ਬਹੁਤ ਪਿਆ ਹੋਇਆ ਹੈ, ਬਿਲਡਿੰਗ 'ਚ ਕਰੈਕ ਆ ਰਹੇ ਹੈ। ਸਰੀਆ ਵੱਧ ਹੋਵੇ ਤੇ ਬਿਲਡਿੰਗ 'ਚ ਕਰੈਕ ਆ ਰਹੇ ਹੋਣ, ਔਰ ਜਾਂ ਸਟਰਕਚਰਲੀ ਜੇ ਅੱਛੀ ਇਮਾਰਤ ਹੋਵੇ ਉਹਦੇ 'ਚ ਕਰੈਕ ਨਹੀਂ ਆਉਣੇ ਚਾਹੀਦੇ। ਕਰੈਕ ਉਦੋਂ ਆਉਂਦੇ ਆ ਜਦੋਂ ਸਟਰਕਚਰ ਵੀਕ ਹੋ ਜਾਂਦਾ ਹੈ। ਤੋ ਅਸੀਂ ਉਦੋਂ ਤੱਕ ਸਾਨੂੰ ਇਸ ਗੱਲ ਬਾਰੇ ਨਹੀਂ ਜਾਣਕਾਰੀ ਸੀਗੀ। ਅਸੀਂ ਸੋਇਲ ਟੈਸਟਿੰਗ ਕਰਾਈ। ਜਦੋਂ ਸੋਇਲ ਟੈਸਟਿੰਗ ਕਰਾਈ, ਟੈਕਨੀਕਲੀ ਸਟਰਕਚਰ ਇੰਜੀਨੀਅਰਸ ਨੇ ਸਾਨੂੰ ਗਾਈਡ ਕੀਤਾ ਕਿ ਇੱਥੇ ਘੱਟੋ ਘੱਟ 8 ਤੋਂ 9 ਫੁੱਟ ਦੀ ਫਾਊਂਡੇਸ਼ਨਸ ਚਾਹੀਦੀਆਂ ਜੋ ਮਿੱਟੀ ਇੱਥੇ ਬੋਲ ਰਹੀ ਹੈ। ਫਿਰ ਮੈਂ ਇੱਥੇ ਸੰਤ ਉਹਨਾਂ ਨਾਲ ਗੱਲ ਕੀਤੀ, ਸੰਤ ਮਹਾਂਪੁਰਸ਼ਾਂ ਨਾਲ ਗੱਲ ਕੀਤੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਿਸੇ ਵੇਲੇ ਕਬਰਿਸਤਾਨ ਹੁੰਦਾ ਸੀਗਾ। ਤੇ ਜਦੋਂ ਇੱਥੇ ਕਬਰਿਸਤਾਨ ਹੁੰਦਾ ਸੀਗਾ, ਦੈਟ ਮੀਨਸ ਇੱਥੇ ਕਦੀ ਡਿਗਿੰਗਸ ਹੁੰਦੀਆਂ ਸੀਗੀਆਂ, ਔਰ ਪ੍ਰੈਕਟੀਕਲੀ ਜਦੋਂ ਇੱਥੇ ਡਿਗਿੰਗਸ ਹੁੰਦੀਆਂ ਸੀਗੀਆਂ ਤੇ ਉਹ ਸਾਰੀ ਚੀਜ਼ਾਂ ਅਰਦਾਸਾਂ ਕੀਤੀਆਂ ਗਈਆਂ, ਔਰ ਫਿਰ ਅਸੀਂ ਸਟਰਕਚਰ ਨੂੰ ਹੈਵੀ ਕੀਤਾ ਜਿੱਦਾਂ ਜੋ ਸਟਰਕਚਰ ਇੰਜੀਨੀਅਰਸ ਨੇ ਸਾਨੂੰ ਗਾਈਡ ਕੀਤਾ। ਤੇ ਤੁਸੀਂ ਸੁਣ ਕੇ ਹੈਰਾਨ ਹੋਗੇ, ਇਹ ਬਿਲਡਿੰਗ ਸਾਰੀ ਅਰਥਕੁਏਕ ਰੈਜ਼ਿਸਟੈਂਟ ਹੈ, ਔਰ ਇਹਦੇ 'ਚ ਫਾਊਂਡੇਸ਼ਨਸ ਤੇ ਵੀ ਇੱਕ ਬੜਾ ਹੈਵੀ ਪਲਿੰਥ ਬੀਮ ਦਿੱਤਾ ਗਿਆ ਕਿ ਜੇ, ਕਿਉਂਕਿ ਅਸੀਂ ਨਾਰਦਰਨ ਇੰਡੀਆ ਦੀ ਜੇ ਗੱਲ ਕਰਾਂ ਤੇ ਅਸੀਂ ਸਿਸਮਿਕ ਜ਼ੋਨ 'ਚ ਹਾਂ, ਜਿਹੜਾ ਕਿ ਅਰਥਕੁਏਕ ਕਦੀ ਵੀ ਇੱਥੇ ਰਿਸਕ ਹੈ, ਜਿਹੜਾ ਫੈਕਟਰ ਹੈ ਜੋ ਗਵਰਨਮੈਂਟ ਨੋਰਮਸ ਕਹਿੰਦੇ ਆ, ਉਸ ਹਿਸਾਬ ਨਾਲ ਇਹਨੂੰ ਫਿਰ ਅਸੀਂ ਅਰਥਕੁਏਕ ਰੈਜ਼ਿਸਟੈਂਟ ਕੀਤਾ, ਕਿਉਂਕਿ ਪਬਲਿਕ ਬਿਲਡਿੰਗ ਹੈ, ਕੋਈ ਹਾਦਸਾ ਨਾ ਹੋਵੇ, ਕੋਈ ਵੀ ਇੱਦਾਂ ਦੀ ਨੁਕਸਾਨ ਨਾ ਹੋਵੇ। ਤੋ ਜਿਹੜੇ ਪੁਰਾਣੇ ਜਿਹੜੇ ਕਰੈਕ ਵਾਲੀ ਬਿਲਡਿੰਗ ਸੀਗੀਆਂ ਉਹਨਾਂ ਦੀ ਬਜਾਏ ਅਸੀਂ ਇਹ ਪੂਰਾ ਅਰਥਕੁਏਕ ਰੈਜ਼ਿਸਟੈਂਟ ਨਵਾਂ ਸਟਰਕਚਰ ਮਾਡਰਨ ਵੇ ਨਾਲ ਸਾਰਾ ਉਹਨੂੰ ਖੜਾ ਕੀਤਾ ਕਿ ਜੋ ਅੱਜ ਤੁਹਾਡੇ ਸਾਹਮਣੇ।
ਜੀ ਜੇਕਰ ਦਰਬਾਰ ਸਾਹਿਬ ਦੇਖਿਆ ਜਾਵੇ ਤਾਂ ਬਹੁਤ ਸੋਹਣਾ ਬਣ ਗਿਆ ਹੈ ਤੇ ਇਸ ਤੋਂ ਇਲਾਵਾ ਹੁਣ ਨਾਲ ਹੋਰ ਕੀ ਬਣ ਰਿਹਾ ਇਸ ਦੇ ਨਾਲ ਕਿਉਂਕਿ ਹੁਣ ਸੰਗਤ ਦਾ ਫੁੱਟਫਾਲ ਬਹੁਤ ਵੱਧ ਗਿਆ ਹੈ ਜੀ, ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਔਰ ਜਦੋਂ ਕੋਈ ਵੱਡਾ ਸਮਾਗਮ ਹੁੰਦਾ ਹੈ, ਪੁਰਾਣਾ ਜਿਹੜਾ ਛੋਟਾ ਲੰਗਰ ਹਾਲ ਸੀਗਾ ਉਹ ਇੱਥੇ ਦੀ ਪਬਲਿਕ ਨੂੰ ਪੂਰਾ ਨਹੀਂ ਹੋ ਪਾ ਰਿਹਾ ਸੀ, ਬਾਰਿਸ਼ ਹੁੰਦੀ ਹੈ, ਕੁਝ ਹੁੰਦਾ ਤੇ ਹੁਣੇ ਸਾਨੂੰ ਜਿਹੜੀ ਇੱਥੇ ਦੀ ਸੰਸਥਾ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਇਹਨੂੰ ਇੱਕ ਵੱਡਾ ਜਿਹੜਾ ਲੰਗਰ ਹਾਲ ਵੀ ਸਾਨੂੰ ਡਿਜ਼ਾਈਨ ਕਰਕੇ ਦਿਓ ਔਰ ਮੇਰਾ ਏਮ ਹੈ ਕਿ ਜਿਹੜਾ ਲੰਗਰ ਹਾਲ ਵੀ ਹੈ ਉਹ ਵੀ ਇੱਕ ਯੂਨੀਕ ਕਨਸੈਪਟ ਲੈ ਕੇ ਆਈਏ ਔਰ ਕੋਈ ਡਿਫਰੈਂਟ ਚੀਜ਼ ਬਣਾਈਏ ਔਰ ਉਹਦੇ ਨਾਲ ਉੱਥੇ ਅਸੀਂ ਪ੍ਰਪੋਜ਼ ਕਰ ਰਹੇ ਹਾਂ, ਉੱਪਰ ਕਮਰੇ ਪ੍ਰਪੋਜ਼ ਕਰ ਰਹੇ ਹਾਂ ਜਿਹੜੇ ਕਿ ਕੋਈ ਬੱਚੇ ਕੀਰਤਨ ਸਿੱਖਣਾ ਚਾਹੁੰਦੇ ਆ ਉਹਨਾਂ ਲਈ ਅਕੈਡਮੀ ਬਣੇਗੀ ਜਾਂ ਫਿਰ ਕੋਈ ਸੰਗਤ ਇੱਥੇ ਆਪਣਾ ਫੰਕਸ਼ਨ ਕਰਨਾ ਚਾਹੁੰਦੀ ਹੈ ਉਹ ਕਰ ਸਕਦੀ ਹੈ। ਸੋ ਇਹ ਸਾਰੀ ਚੀਜ਼ਾਂ ਨੂੰ ਅਸੀਂ ਮਾਈਂਡ ਵਿੱਚ ਰੱਖਦੇ ਹੋਏ ਜੋ ਸਾਨੂੰ ਇੱਥੋਂ ਦੀ ਆਰਗੇਨਾਈਜੇਸ਼ਨ ਕਹਿ ਰਹੀ ਹੈ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਡਿਜ਼ਾਈਨ ਕਰਕੇ, ਬਟ ਹਾਂ ਮੇਰਾ ਉਹ ਵੀ ਏਮ ਹੈ ਕਿ ਜਿਹੜਾ ਉਹ ਵਾਲਾ ਸਟਰਕਚਰ ਵੀ ਮੈਂ ਖੜਾ ਕਰਾਂ, ਬਹੁਤ ਹੀ ਯੂਨੀਕ ਕਰਾਂ ਕਿਉਂਕਿ ਇੱਥੋਂ ਦੀ ਆਰਗੇਨਾਈਜੇਸ਼ਨ ਦਾ ਹੁਣ ਮੇਰੇ ਤੇ ਕੌਨਫੀਡੈਂਸ ਵੱਧ ਚੁੱਕਾ ਹੋਇਆ ਹੈ ਔਰ ਇੱਥੇ ਮੈਂ ਕੁਝ ਡਿਫਰੈਂਟ ਕੋਈ ਫੇਰ ਨਵਾਂ ਮਾਸਟਰਪੀਸ ਤੁਹਾਨੂੰ ਲੈ ਕੇ ਆਉਣ ਦੀ ਪੂਰੀ ਜੀ। ਆਖਰੀ ਸਵਾਲ ਮੇਰਾ ਇਹੀ ਹੈ ਕਿ ਕਿਉਂਕਿ ਨੌਜਵਾਨ ਪੀੜ੍ਹੀ ਹੁਣ ਅੱਗੇ ਆ ਰਹੀ ਹੈ ਆਰਕੀਟੈਕਚਰ ਦੇ ਵਿੱਚ, ਤਾਂ ਪੰਜਾਬ ਦੇ ਨੌਜਵਾਨਾਂ ਨੂੰ ਕੀ ਤੁਸੀਂ ਸੇਧ ਦੇਣੀ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਇੱਕ ਸਿੱਖੀ ਦੇ ਲਹਿਜੇ ਨਾਲ ਵੀ ਦੇਖਿਆ ਜਾਵੇ ਕਿ ਸਿੱਖੀ ਇਮਾਰਤਾਂ ਦੇ ਵਿੱਚ ਤੁਹਾਡੇ ਵੱਲੋਂ ਇਨਵੈਸਟਮੈਂਟ ਕੀਤੀ ਗਈ, ਨੌਜਵਾਨਾਂ ਨੂੰ ਕੀ ਸੇਧ ਦੇਣੀ ਚਾਹੋਗੇ? ਮੈਮ ਕਹਿੰਦੇ ਨਾ ਨੌਲੇਜ ਇਜ਼ ਪਾਵਰ, ਤੇ ਜਦੋਂ ਨੌਲੇਜ ਤੁਸੀਂ ਆਪਣੀ ਵਧਾਓਗੇ ਤੇ ਆਪਣੇ ਆਪ ਤੁਹਾਡਾ ਕੰਮ ਵੀ ਉਹ ਰਿਫਲੈਕਸ਼ਨ ਤੁਹਾਡੇ ਕੰਮ ਵਿੱਚ ਵੀ ਦਿਸੇਗੀ। ਜਿਸ ਤਰੀਕੇ ਅੱਜ ਕੱਲ ਦੀ ਨਵੀਂ ਜਨਰੇਸ਼ਨ ਆ ਰਹੀ ਹੈ ਉਹਨਾਂ ਨੂੰ ਮੋਟੀਵੇਟ ਹੋਣਾ ਪਏਗਾ। ਜ਼ਰੂਰੀ ਨਹੀਂ ਹੈ ਕਿ ਹਰ ਕੋਈ ਬੰਦਾ ਬਾਹਰ ਨੂੰ ਹੀ ਜਾਵੇ ਜਾਂ ਕੋਈ ਫੋਰਨ ਹੀ ਜਾਵੇ, ਸਾਡੇ ਕੋਲ ਇੱਥੇ ਵੀ ਬਹੁਤ ਓਪਰਚੁਨਿਟੀਜ਼ ਹੈ। ਜੇ ਅਸੀਂ ਇੱਥੇ ਵੀ ਮਿਹਨਤ ਕਰੀਏ ਪੈਸ਼ਨ ਨਾਲ, ਕੋਈ ਵੀ ਪੈਸ਼ਨ ਨਾਲ ਕੋਈ ਵੀ ਕੰਮ ਕੀਤਾ ਜਾਵੇ ਤੇ ਉਹ ਇੱਕ ਤੁਸੀਂ ਆਪਣੇ ਆਪ ਨੂੰ ਬ੍ਰਾਂਡ ਬਣਾ ਸਕਦੇ ਹੋ ਜਾਂ ਤੁਸੀਂ ਬਹੁਤ ਅੱਛਾ ਐਕਸਲ ਕਰ ਸਕਦੇ ਹੋ। ਮੈਂ ਤਾਂ ਕਹਿੰਦਾ ਹੁੰਦਾ ਕਿ ਜੇ ਚਾਹ ਦੀ ਵੀ ਰੇੜੀ ਲਗਾਉਂਦੇ ਹੋ ਔਰ ਤੁਸੀਂ ਆਪਣਾ ਪੈਸ਼ਨ ਉਹਦੇ 'ਚ ਬਣਾ ਲਓ ਤੇ ਤੁਸੀਂ ਯੂ ਕੈਨ ਵਨ ਡੇ ਡੂ ਵੰਡਰਸ। ਸੋ ਜੇ ਤੁਸੀਂ ਕੁਝ ਡਿਫਰੈਂਟ ਕਰਨਾ ਚਾਹੁੰਦੇ ਹੋ ਪੈਸ਼ਨ ਨਾਲ ਕੋਈ ਵੀ ਕੰਮ ਕਰੋ, ਉਹ ਕਿਤੇ ਨਾ ਕਿਤੇ ਤੁਹਾਡਾ ਰਿਫਲੈਕਟ ਹੁੰਦਾ ਔਰ ਤੁਹਾਨੂੰ ਪਰਮਾਤਮਾ ਹੀ ਹੁੰਦਾ ਰਿਜ਼ਲਟ ਕੁਝ ਨਾ ਕੁਝ ਅੱਛਾ ਦੇਗਾ ਜੀ। ਸੋ ਉਦਵੀਰ ਅੱਜ ਦੀ ਗੱਲਬਾਤ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਜਗਬਾਣੀ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਦੁਆਵਾਂ ਕਰਦੇ ਹਾਂ ਕਿ ਤੁਹਾਡਾ ਕੈਰੀਅਰ ਅੱਗੇ ਵਧਦਾ ਜਾਵੇ ਤੇ ਅਗਲੀ ਵਾਰੀ ਤੁਸੀਂ ਕੋਈ ਹੋਰ ਅਵਾਰਡ ਲੈ ਕੇ ਆਓ ਤੇ ਅਸੀਂ ਅਗਲੀ ਵਾਰੀ ਫੇਰ ਤੁਹਾਨੂੰ ਇੰਟਰਵਿਊ ਕਰੀਏ। ਸ਼ੋਰ ਜੀ, ਥੈਂਕ ਯੂ ਸੋ ਮਚ ਜਗਬਾਣੀ ਟੀਵੀ ਦਾ ਆਪਣਾ ਟਾਈਮ ਦੇਣ ਲਈ, ਸਾਡੇ ਕੋਲ ਸਾਡੇ ਵਿਚਾਰ ਪੇਸ਼ ਕਰਨ ਲਈ ਥੈਂਕ ਯੂ ਸੋ ਮਚ ਜੀ, ਬਹੁਤ-ਬਹੁਤ ਸ਼ੁਕਰੀਆ। ਸੋ ਅੱਜ ਜਿਹੜੀ ਸ਼ਖਸੀਅਤ ਨਾਲ ਅਸੀਂ ਤੁਹਾਨੂੰ ਰੂਬਰੂ ਕਰਵਾਇਆ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਜ਼ਿਲ੍ਹੇ ਜਲੰਧਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਡਿਜ਼ਾਈਨ ਕੀਤਾ ਗਿਆ ਜਿਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਜੇਕਰ ਉਹਨਾਂ ਨੇ ਮਿਹਨਤ ਨਾਲ ਡਿਜ਼ਾਈਨ ਕੀਤਾ ਤਾਂ ਉਸ ਦੀ ਜਿਹੜੀ ਖੂਬਸੂਰਤੀ ਤੁਹਾਨੂੰ ਦੱਸ ਦਿੰਦੀ ਹੈ ਕਿ ਇਸ ਦੇ ਉੱਤੇ ਕਿੰਨੀ ਮਿਹਨਤ ਕੀਤੀ ਗਈ ਹੈ। ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਸਨਮਾਨਿਤ ਵੀ ਕੀਤਾ ਜਾਂਦਾ। ਸੋ ਪੰਜਾਬ ਦੇ ਲਈ ਇੱਕ ਵੱਡੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦਾ ਇੱਕ ਗੱਭਰੂ ਜਿਹੜਾ ਆਰਕੀਟੈਕਚਰ ਦੇ ਵਿੱਚ ਨਵੀਆਂ ਬੁਲੰਦੀਆਂ ਨੂੰ ਹਾਸਿਲ ਕਰ ਰਿਹਾ। ਅਗਲੀ ਵਾਰੀ ਤੁਹਾਨੂੰ ਕਿਸੇ ਹੋਰ ਸ਼ਖਸੀਅਤ ਦੇ ਨਾਲ ਰੂਬਰੂ ਕਰਵਾਵਾਂਗੇ। ਮੈਨੂੰ ਦਿਓ ਇਜਾਜ਼ਤ। ਕੈਮਰਾਮੈਨ ਕਰਨ ਦੇ ਨਾਲ ਧੰਨਵਾਦ।